बिस्मिल्लाहिर्रहमानिर्रहीम। आदर जो सजनों ते बेलियो अस्सलाम वालेकुम। मैं हाँ तुहाडा अपना दोस्त तुहाडा होस्ट डॉक्टर इजहार अहमद गुल साहब। सजनों, वक्त दा हर लम्हा गनीमत दे, हर घड़ी गनीमत दे, जिहड़ा पल हत्थ विच है उही काबिल कदर है। 10 मुहर्रम नूं मैनू कब्रिस्तान विच जाण दा इतफाक होया ते अगों पिछों भी असी शहर खमोशा विच हाज़री देंदे रहंदे हां। कब्रिस्तानां विच खड़िया होया मैनू उस चुप दे जहान विचों बहुत सारियां कहानियां मिलियां। ये अजिहियां कहानियां ने जिहड़ियां हर इंसान खुलियां अखां नाल वेखदा है, तकदा है। ते मैं समझना कि कब्रिस्तानां दे विच मुहर्रम नूं जां पहली मुहर्रम तो लोग जाण लग पैंदे ने। ये भी करबल वाले इमामां दा साडे ते बहुत वड्डा एहसान है। भई उन्हां आप शहीद हो के साडे वास्ते आला इखलाक ते सुच्चे किरदार दियां ਉਹ ਰਾਵਾਂ ਖੋਲ੍ਹ ਦਿੱਤੀਆਂ ਜਿਹੜੀਆਂ ਕਿਆਮਤ ਤੀਕ ਸਾਨੂੰ ਰੌਸ਼ਨੀ ਦਿੰਦੀਆਂ ਰਹਿਣਗੀਆਂ। ਉਸ ਵੇਲੇ ਮੈਂ ਕਬਰਸਤਾਨ ਵਿੱਚ ਵੇਖਿਆ ਭਈ ਕਈਆਂ ਕਬਰਾਂ 'ਤੇ ਉਹਨਾਂ ਦੇ ਵਾਰਸ ਮਿੱਟੀ ਪਾ ਰਹੇ ਸਨ, ਕੁਝ ਲਪਾਈ ਕਰ ਰਹੇ ਸਨ। ਕਿਉਂ ਜੇ ਵਕਤ ਦੇ ਨਾਲ ਨਾਲ ਇਹ ਕਬਰਾਂ ਦੀ ਟੁੱਟ ਭੱਜ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਨੇ, ਕੁਝ ਬਹਿ ਜਾਂਦੀਆਂ ਨੇ। ਅਤੇ ਇਹੋ ਜਿਹੀਆਂ ਬਰਸਾਤੀ ਬਾਰਿਸ਼ਾਂ ਦੇ ਵਿੱਚ ਬਹੁਤ ਸਾਰੀਆਂ ਕਬਰਾਂ ਜਿਹੜੀਆਂ ਉਹ ਸਲੇਟਾਂ ਸਣੇ ਹੀ ਨੀਚੇ ਗਰਕ ਹੋ ਜਾਂਦੀਆਂ ਨੇ। ਅਤੇ ਜੇ ਉਹਨਾਂ ਦੀ ਦੇਖਭਾਲ ਨਾ ਕੀਤੀ ਜਾਵੇ ਤਾਂ ਉਹ ਕੁਝ ਅਰਸੇ ਬਾਅਦ ਹੀ ਮਿੱਟੀ ਨਾ ਮਿੱਟੀ ਅਸੀਂ ਖਤਮ ਹੋ ਜਾਂਦੀਆਂ ਵਜੂਦ ਉਹਨਾਂ ਦਾ। ਅਤੇ ਮੈਂ ਉਸ ਵੇਲੇ ਇਹ ਵੀ ਵੇਖਿਆ ਵੀ ਕਈ ਕਬਰਾਂ 'ਤੇ ਤਾਂ ਲਾਲ ਚਿੱਟੇ ਫੁੱਲ ਚੜ੍ਹਾਏ ਜਾ ਰਹੇ ਨੇ। ਕਿਉਂ ਜੇ ਲੋਕਾਂ ਦਾ ਇਹ ਨਜ਼ਰੀਆ ਹੈ ਕਿ ਜਦ ਤੀਕ ਕੇ ਸਜਰੇ ਫੁੱਲ ਕਬਰਾਂ 'ਤੇ ਪੈ ਰਹਿਣਗੇ ਅਤੇ ਅੱਲਾ ਸੋਹਣੇ ਦੀ ਤਸਬੀਹ ਅਤੇ ਹਮਦ ਬਿਆਨ ਕਰਦੇ ਰਹਿਣਗੇ ਅਤੇ ਉਹਦੇ ਨਾਲ ਹੀ ਕਬਰ ਵਾਲੇ ਮੁਰਦੇ ਉੱਤੇ ਅੱਲਾ ਦੀ ਰਹਿਮਤ ਦਾ ਮੀਂਹ ਵੀ ਛਮਾ ਛਮ ਬਰਸਦਾ ਰਹੇਗਾ। ਕਿਉਂ ਜੇ ਹਦੀਸੇ ਪਾਕ ਵਿੱਚ ਆਉਂਦਾ ਹੈ ਵੀ ਆਕਾਏ ਦੋ ਜਹਾਨ ਸੱਲੱਲਾਹੁ ਅਲੈਹਿ ਵਆਲਿhi ਵਸੱਲਮ ਦਾ ਗੁਜ਼ਰ ਦੋ ਕਬਰਾਂ 'ਤੇ ਹੋਇਆ ਅਤੇ ਆਪ ਸੱਲੱਲਾਹੁ ਅਲੈਹਿ ਵਆਲਿhi ਵਸੱਲਮ ਨੇ ਆਪਣੀ ਨਬੂਵਤ ਦੀ ਅੱਖ ਨਾਲ ਵੇਖਿਆ ਕਿ ਉਹਨਾਂ 'ਤੇ ਅਜ਼ਾਬ ਇਲਾਹੀ ਹੋ ਰਿਹਾ ਹੈ। ਇਹਦੀ ਵਜ੍ਹਾ ਇਹ ਸੀ ਪਈ ਕਬਰ ਵਾਲਾ ਇੱਕ ਚੁਗਲਖੋਰ ਸੀ ਅਤੇ ਦੂਜਾ ਪੈਸ਼ਾਬ ਦੀ ਪਲੀਤੀ ਕੋਲੋਂ ਆਪਣੇ ਕੱਪੜੇ ਮਹਿਫੂਜ਼ ਨਹੀਂ ਸੀ ਰੱਖਦਾ। ਸਾਡੇ ਸੋਹਣੇ ਲਜਪਾਲ ਆਕਾ ਸੱਲੱਲਾਹੁ ਅਲੈਹਿ ਵਆਲਿhi ਵਸੱਲਮ ਨੇ ਕੋਲ ਹੀ ਖਜੂਰ ਦੀ ਟਾਹਣੀ ਕੋਲੋਂ ਤੋੜੀ ਅਤੇ ਉਹਦੇ 2 ਹਿੱਸੇ ਕੀਤੇ। ਟਹਿਣੀ ਦਾ ਹਿੱਸਾ ਇੱਕ ਕਬਰ 'ਤੇ ਅਤੇ ਦੂਜਾ ਹਿੱਸਾ ਦੂਜੀ ਕਬਰ 'ਤੇ ਲਾ ਦਿੱਤਾ ਅਤੇ ਫਿਰ ਫਰਮਾਇਆ ਕਿ ਜਦ ਤੀਕ ਇਹ ਟਹਿਣੀਆਂ ਤਾਜ਼ਾ ਰਹਿਣਗੀਆਂ ਅਤੇ ਅੱਲਾ ਸੋਹਣੇ ਦੀ ਤਸਬੀਹ ਬਿਆਨ ਕਰਦੀਆਂ ਰਹਿਣਗੀਆਂ ਅਤੇ ਉਹਨਾਂ 'ਤੇ ਅਜ਼ਾਬ ਵੀ ਘੱਟ ਹੋਵੇਗਾ। ਸਜਣੋਂ ਅਤੇ ਬੇਲੀਓ, ਸਾਡੇ ਬਜ਼ੁਰਗ ਇਹ ਵੀ ਆਖਦੇ ਨੇ ਕਿ ਕਾਇਨਾਤ ਦੀ ਹਰ ਸ਼ੈ ਅੱਲਾ ਸੋਹਣੇ ਦਾ ਜ਼ਿਕਰ ਕਰਦੀ ਏ। ਫੁੱਲਾਂ ਦੀਆਂ ਪੱਤੀਆਂ ਜਦੋਂ ਤੀਕ ਤਾਜ਼ਾ ਰਹਿਣਗੀਆਂ ਅੱਲਾ ਦਾ ਜ਼ਿਕਰ ਕਰਦੀਆਂ ਰਹਿਣਗੀਆਂ ਅਤੇ ਅੱਲਾ ਦੇ ਜ਼ਿਕਰ ਦੇ ਸਦਕੇ ਕਬਰ ਵਾਲੇ 'ਤੇ ਆਪਣੀ ਰਹਿਮਤ ਦਾ ਮੀਂਹ ਛਮਾ ਛਮ ਬਰਸਾਉਂਦੀਆਂ ਰਹਿਣਗੀਆਂ। ਇਸੇ ਤਰ੍ਹਾਂ ਸਾਡਾ ਇਹ ਵੀ ਅਕੀਦਾ ਹੈ ਪਈ ਬੇਜਾਨ ਜਾਨਵਰਾਂ 'ਤੇ ਅਗਰ ਤਰਸ ਖਾਧਾ ਜਾਵੇ ਤਾਂ ਅੱਲਾ ਸੋਹਣਾ ਸਾਡੇ ਮਰਨ ਵਾਲਿਆਂ 'ਤੇ ਤਰਸ ਖਾਂਦਾ ਏ। ਇਹਦੇ ਵਾਸਤੇ ਅਸੀਂ ਮੁਹੱਰਮ ਦੇ ਦਿਨਾਂ ਵਿੱਚ ਕਬਰਾਂ ਉੱਤੇ ਮਸਲਾਂ ਦੀ ਦਾਲ ਅਤੇ ਚੌਲਾਂ ਦਾ ਟੋਟਾ ਖਿਲਾਰਦੇ ਹਾਂ ਤਾਂ ਜੇ ਮਾਸੂਮ ਪਰਿੰਦੇ ਅਤੇ ਕੀੜੇ ਆਪਣੀ ਖੁਰਾਕ ਲੈ ਕੇ ਅੱਲਾ ਦੇ ਹਜ਼ੂਰ ਕਬਰ ਵਾਲੇ ਲਈ ਦੁਆਵਾਂ ਕਰਨ। ਇਹ ਕਿੱਡੀ ਸੋਹਣੀ ਰਸਮ ਹੈ, ਇਹ ਕਿੱਡੀ ਪਿਆਰੀ ਰਸਮ ਹੈ, ਬਰਕਤ ਵਾਲੀ ਰਸਮ ਹੈ। ਸਜਣੋਂ, ਮੈਂ ਉਹ ਕਬਰਾਂ ਵੀ ਵੇਖੀਆਂ ਜਿਨ੍ਹਾਂ ਉੱਤੇ ਉਹਨਾਂ ਦੇ ਮਰਨ ਤੋਂ ਬਾਅਦੋਂ ਉਹਨਾਂ ਦੇ ਵਾਰਸਾਂ ਨੇ ਕਦੇ ਫੇਰਾ ਹੀ ਨਹੀਂ ਪਾਇਆ। ਉਹਨਾਂ ਦਾ ਹਾਲਤ ਇਹ ਇੰਨੀ ਖਸਤਾ ਕਿ ਮੈਂ ਅਫਸੋਸ ਕਰਦਿਆਂ ਦਿਲ ਵਿੱਚ ਸੋਚਿਆ ਕਿ ਸਾਡੇ ਬਜ਼ੁਰਗ ਮਾਂ ਬਾਪ ਜਿਨ੍ਹਾਂ ਸਾਨੂੰ ਇੰਨੀ ਸ਼ਫਕਤ ਮੁਸੀਬਤ ਪਿਆਰ ਅਤੇ ਔਕੜਾਂ ਨਾਲ ਪਾਲਿਆ ਪੋਸਿਆ ਅਤੇ ਪ੍ਰਵਾਨ ਚੜ੍ਹਾਇਆ, ਜ਼ਿੰਦਗੀ ਦਿੱਤੀ, ਮਕਾਮ ਦਿੱਤਾ, ਸਾਨੂੰ ਅੱਜ 2 ਘੜੀਆਂ ਵਾਸਤੇ ਉਹਨਾਂ ਦੀ ਕਬਰ 'ਤੇ ਫਾਤਿਹਾ ਪੜ੍ਹਨ ਦੀ ਤੌਫੀਕ ਨਹੀਂ। ਸਾਨੂੰ ਆਪਣੇ ਇਹਨਾਂ ਰਵੱਈਏ 'ਤੇ ਗੌਰ ਕਰਨ ਦੀ ਲੋੜ ਹੈ। ਯਾਦ ਰੱਖੋ, ਕਬਰਾਂ ਦੀ ਜ਼ਿਆਰਤ ਨਾਲ ਮਰਨ ਵਾਲੇ ਨੂੰ ਸਵਾਬ 'ਤੇ ਪਹੁੰਚਦਾ ਹੀ ਹੈ, ਲੇਕਿਨ ਜ਼ਿਆਰਤ ਕਰਨ ਵਾਲੇ ਨੂੰ ਵੀ ਓਨਾ ਹੀ ਸਵਾਬ ਮਿਲਦਾ ਹੈ, ਸਗੋਂ ਉਹਦੀ ਬਖਸ਼ਿਸ਼ ਦਾ ਜ਼ਰੀਆ ਬਣ ਜਾਂਦਾ ਹੈ। ਇਸ ਲਈ ਇਹ ਦੁਨੀਆ ਚਲੋ ਚਲੀਏ, ਅੱਜ ਅਸੀਂ ਹਾਂ, ਕੱਲ੍ਹ ਨੂੰ ਕੋਈ ਹੋਰ ਹੈ। ਅਸੀਂ ਵੀ ਇੱਕ ਵੇਲੇ ਮਿੱਟੀ ਦੀ ਢੇਰੀ ਬਣਨਾ ਹੈ। ਕਬਲ ਤੋਂ ਕਿ ਅਸੀਂ ਮਿੱਟੀ ਦੀ ਢੇਰੀ ਬਣੀਏ। ਇਹ ਜਿਹੇ ਅਮਾਲ ਕਰਕੇ ਜਾਓ ਕਿ ਕੱਲ੍ਹ ਕੋਈ ਤੁਹਾਡੀ ਕਬਰ 'ਤੇ ਵੀ ਫੁੱਲ ਪਾਵੇ,
ਤੁਹਾਡੀ ਕਬਰ 'ਤੇ ਵੀ ਆ ਕੇ ਫਾਤਿਹਾ ਪੜ੍ਹੇ, ਕਿਉਂ ਜੇ ਇਹ ਕਾਨੂੰਨ ਫਿਤਰਤ ਹੈ, ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਅਤੇ ਇਸ ਤਰ੍ਹਾਂ ਮੈਂ ਸਮਝਣਾ ਕਿ ਅੱਲਾਹ ਤਬਾਰਕ ਤਆਲਾ ਦਾ ਹਰ ਸ਼ੈ ਜ਼ਿਕਰ ਕਰਦੀ ਹੈ। ਫੁੱਲਾਂ ਦੀਆਂ ਪੱਤੀਆਂ ਪਾਉਣਾ ਬਹੁਤ ਸੋਹਣੀ ਰਸਮ ਹੈ ਆਪਣੇ ਬਜ਼ੁਰਗਾਂ ਦੇ, ਅਤੇ ਦੂਜੇ ਸ਼ਹਿਰੇ ਖਮੋਸ਼ਾਂ ਵਿੱਚ ਜਾ ਕੇ ਫਾਤਿਹਾ ਪੜ੍ਹਨਾ, ਫੁੱਲ ਚੜਾਉਣੇ, ਇਹ ਬਹੁਤ ਅੱਛੀ ਰਸਮ ਹੈ। ਅਤੇ ਮੈਂ ਇਹੀ ਬੇਨਤੀ ਕਰਾਂਗਾ ਕਿ ਆਪਣੇ ਸੱਜਣਾ ਬੇਲੀਆਂ ਅੱਗੇ ਆਪਣੇ ਉਹਨਾਂ ਪਿਆਰਿਆਂ ਦੀਆਂ ਕਬਰਾਂ ਦੀ ਜ਼ਿਆਰਤ ਕਰਦੇ ਰਿਹਾ ਕਰੋ, ਤਾਂ ਜੋ ਤੁਹਾਨੂੰ ਆਪਣੀ ਮੌਤ ਵੀ ਯਾਦ ਰਵੇ। ਜਿਉਂਦੇ ਵਸਦੇ ਰਹੋ। ਬਹੁਤ ਸਾਰੀਆਂ ਦੁਆਵਾਂ।